हेलो एवरीवन ਆਪਾਂ ਪਿਛਲੀ ਕਲਾਸ ਵਿੱਚ ਵਾਰ ਕੀਤਾ ਸੀ be as a main verb ਤੇ be ਦੀ ਫੈਮਿਲੀ ਦੇ ਬਾਕੀ ਵਰਡਸ ਤੁਹਾਨੂੰ ਦੱਸੇ ਗਏ ਸੀ be is am are was were be ਤੇ ਆਪਾਂ ਮੇਨਲੀ ਵਾਰ ਕੀਤਾ ਸੀ is am and are ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਆਪਾਂ ਪ੍ਰੈਜ਼ੈਂਟ ਵਿੱਚ be ਦੀ ਫੈਮਿਲੀ ਦੇ ਵਰਡ ਦਾ ਇਸਤੇਮਾਲ ਕਰਨਾ ਹੋਵੇ ਤਾਂ ਪ੍ਰੈਜ਼ੈਂਟ ਵਿੱਚ ਆਪਾਂ is am ਤੇ are ਦਾ ਇਸਤੇਮਾਲ ਕਰਦੇ ਹਾਂ ਅਗਰ ਆਪਾਂ ਇਸ ਦਾ ਪਾਸਟ ਵਿੱਚ ਇਸਤੇਮਾਲ ਕਰਨਾ ਹੋਵੇ ਤਾਂ ਕੀ ਆਏਗਾ verb ਦੀ second form ਤਾਂ is am are ਦੀ second form ਕੀ ਹੁੰਦੀ ਹੈ was ਤਾਂ ਆਪਾਂ ਇਸ ਵਿੱਚ was verb ਦਾ ਇਸਤੇਮਾਲ ਕਰਨ ਜਾ ਰਹੇ ਹਾਂ ਅੱਜ ਦੀ ਕਲਾਸ ਵਿੱਚ ਫॉर एग्जांपल ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਇਸ ਵਕਤ ਕਿੱਥੇ ਹੋ ਤਾਂ ਇੰਗਲਿਸ਼ ਵਿੱਚ ਕੁਐਸਚਨ ਆਏਗਾ where are you at present where are you are ਆਪਾਂ ਇਸ ਲਈ ਇਸਤੇਮਾਲ ਕਰ ਰਹੇ ਹਾਂ ਕਿਉਂਕਿ present ਵਿੱਚ is am are ਦਾ ਇਸਤੇਮਾਲ ਹੁੰਦਾ ਹੈ ਹੁਣ ਅਗਰ ਇਹੀ ਕੁਐਸਚਨ ਤੁਹਾਨੂੰ ਬੀਤੇ ਹੋਏ ਕੱਲ ਬਾਰੇ ਪੁੱਛਿਆ ਜਾਵੇ where were you yesterday ਤੁਸੀਂ ਕੱਲ ਕਿੱਥੇ ਸੀ ਤਾਂ ਇਹਦੇ ਵਿੱਚ were ਦਾ ਇਸਤੇਮਾਲ ਹੋਏਗਾ ਕਿਉਂਕਿ is am are ਦੀ ਸੈਕੰਡ ਫਾਰਮ ਹੈ was ਓਕੇ ਆਪਾਂ ਹੁਣ ਐਗਜ਼ਾਮਪਲਸ ਨਾਲ ਜਾਣਦੇ ਹਾਂ ਅਗਰ ਆਪਾਂ ਸਭ ਤੋਂ ਪਹਿਲਾਂ ਸੈਂਟੈਂਸ ਫਾਰਮੇਸ਼ਨ ਦੀ ਗੱਲ ਕਰੀਏ ਤਾਂ ਇਹ ਸੈਂਟੈਂਸ ਫਾਰਮੇਸ਼ਨ ਹੁੰਦੀ ਹੈ ਸਬਜੈਕਟ ਪਲੱਸ verb ਪਲੱਸ ਆਬਜੈਕਟ ਜਿਹੜੀ ਕਿ ਕਾਮਨ ਸੈਂਟੈਂਸ ਫਾਰਮੇਸ਼ਨ ਆਪਾਂ ਸਾਰੇ ਸੈਂਟੈਂਸਿਸ ਸਾਰੇ ਟੈਂਸਿਸ ਯੂਜ਼ ਕਰਦੇ ਹਾਂ ਤੇ ਅਗਰ ਆਪਾਂ was were ਦੇ ਨਾਲ ਸੈਂਟੈਂਸ ਫਾਰਮੇਸ਼ਨ ਲਿਖਣੀ ਹੋਵੇ ਤਾਂ ਇਹ ਬਣ ਜਾਏਗੀ ਸਬਜੈਕਟ प्लस was were प्लस ऑब्जेक्ट तो ये was were है अपन verb ਦੀ ਫਾਰਮ ਦੇ ਤੌਰ ਤੇ ਇਸਤੇਮਾਲ ਕਰਾਂਗੇ ਹੁਣ ਫॉर एग्जांपल अगर कहना होवे कि ਉਹ ਕੱਲ ਬਿਜ਼ੀ ਸੀ ਤਾਂ ਆਪਾਂ ਕੀ ਕਹਾਂਗੇ ਉਹਨੇ she was busy yesterday she was busy yesterday यानी कि कल ਉਹ busy ਸੀ ਕੱਲ ਉਹ व्यस्त ਸੀ ਆਪਾਂ ਇਸ ਵੇ ਨਾਲ ਇਸ ਦਾ ਇਸਤੇਮਾਲ ਕਰਦੇ ਹਾਂ ਅਗਰ ਆਪਾਂ ਕਿਸੇ ਹੋਰ ਵੇ ਨਾਲ ਕਹੀਏ they were sorry they were very sad last night they were very sad last night यानी कि पिछली रात वो बहुत उदास सी ਆਪਾਂ ਇਸ ਵੇ ਨਾਲ ਐਫਰਮੇਟਿਵ ਸੈਂਟੈਂਸ ਬਣਾਉਂਦੇ हैं अगर ਆਪਾਂ was were ਦਾ ਇਸਤੇਮਾਲ ਕਰਨਾ ਹੋਵੇ अगर ਆਪਾਂ was were ਦਾ ਇਸਤੇਮਾਲ ਕਰਕੇ ਨੈਗੇਟਿਵ ਸੈਂਟੈਂਸਸ ਬਣਾਉਣੇ ਹੋਵੇ ਤਾਂ ਸੈਂਟੈਂਸ ਫਾਰਮੇਸ਼ਨ ਰਹਿੰਦੀ ਹੈ ਸਬਜੈਕਟ ਪਲੱਸ was were not प्लस ऑब्जेक्ट फॉर एग्जांपल अगर ਆਪਾਂ ਕਹੀਏ she was not ill yesterday she was not ill yesterday यानी कि कल वो बीमार नहीं सी अगर ਆਪਾਂ ਉਸ ਦੀ ਕੱਲ ਦੀ ਸਥਿਤੀ ਦੱਸਣੀ ਹੋਵੇ ਤਾਂ ਆਪਾਂ was were ਲਗਾ ਕੇ ਆਨਸਰ ਬਣਾ ਸਕਦੇ ਹਾਂ ओके फॉर एग्जांपल अगर ਆਪਾਂ ਇੱਕ ਹੋਰ एग्जांपल में जाइए they were not in hurry they were not in hurry यानी कि वो जल्दी विच नहीं सी ते इस वे ਨਾਲ ਆਪਾਂ ਨੈਗੇਟਿਵ ਸੈਂਟੈਂਸਸ ਬਣਾਉਂਦੇ ਹਾਂ ਹੁਣ ਅਗਰ ਆਪਾਂ ਇੰਟਰੋਗੇਟਿਵ ਦੀ ਗੱਲ ਕਰੀਏ ਤਾਂ was were ਨੂੰ ਆਪਾਂ ਕੁਐਸਚਨ ਦੇ ਸਟਾਰਟਿੰਗ ਵਿੱਚ ਯੂਜ਼ ਕਰਦੇ ਹਾਂ ਫॉर एग्जांपल ਫਿਰ ਕੁਐਸਚਨ ਰਹਿੰਦਾ ਹੈ was were plus subject plus object is which was were ਆਪਾਂ ਐਡਵਾਂਸ ਵਿੱਚ ਯੂਜ਼ ਕਰ ਲੈਂਦੇ ਹਾਂ for example were they in good mood were they in good mood यानी कि ਕੀ ਉਹਨਾਂ ਦਾ ਜਿਹੜਾ ਮੂਡ ਹੈ ਚੰਗਾ ਸੀ ਅੱਛਾ ਸੀ ਉਸ ਟਾਈਮ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਇਸ ਦੇ ਵਿੱਚ ਆਪਾਂ ਕਿਸੇ ਐਕਸ਼ਨ ਦੀ ਗੱਲ ਨਹੀਂ ਕਰਦੇ ਬੀ ਦੀ ਫੈਮਿਲੀ ਜਦੋਂ ਆਪਾਂ ਇਹ ਵਰਡਸ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇਹਨਾਂ ਨੂੰ ਐਗਜ਼ਿਸਟੈਂਸ ਵਾਸਤੇ ਇਸਤੇਮਾਲ ਕਰ ਰਹੇ ਹਾਂ ਇਸ ਵਿੱਚ ਕੋਈ ਐਕਸ਼ਨ ਦੀ ਨਹੀਂ ਐਗਜ਼ਿਸਟੈਂਸ ਦੀ ਗੱਲ ਕਰਦੇ ਹਾਂ were they in good mood क्या ਉਹ ਚੰਗੇ ਮੂਡ ਦੇ ਵਿੱਚ ਸੀ ਮਤਲਬ ਉਹਨਾਂ ਦਾ ਉਸ ਤੋਂ ਮੂਡ ਕਿਸ ਤਰ੍ਹਾਂ ਸੀ ਇਸ ਵੇ ਨਾਲ ਆਪਾਂ ਕੁਐਸਚਨ ਫਰੇਮ ਕਰਦੇ ਹਾਂ ਜਾਂ ਨੈਕਸਟ ਨੂੰ ਆਪਾਂ ਜਾਈਏ was he present in last class was he present in last class
ਕੀ ਉਹ ਲਾਸਟ ਕਲਾਸ ਵਿੱਚ ਪ੍ਰੈਜ਼ੈਂਟ ਸੀ। अगर आप WH क्वेश्चन बनाने होवे वाज वर का इस्तेमाल करके तो सेंटेंस फॉर्मेशन रहती है WH प्लस वाज वर प्लस सब्जेक्ट प्लस ऑब्जेक्ट, WH प्लस वाज वर प्लस सब्जेक्ट प्लस ऑब्जेक्ट। फॉर एग्जांपल व्हाट वाज योर डेजिग्नेशन in that company, what was your designation in that company, यानी कि उस कंपनी च ਤੁਹਾਡੀ डेजिग्नेशन यानी कि ਤੁਹਾਡਾ ਅਹੁਦਾ ਕੀ ਸੀ, ਤੁਸੀਂ ਮੈਨੇਜਰ ਸੀ, ਕਲਰਕ ਸੀ ਜਾਂ ਕਿਸੇ ਹੋਰ डेजिग्नेशन ਤੇ ਵਰਕ ਕਰਦੇ ਸੀ। ओके ਆਪਾਂ नेक्स्ट वन क्वेश्चन आ जाइए। who was your boss in that factory, who was your boss in that factory, उस फैक्ट्री च ਤੁਹਾਡਾ ਬੌਸ ਕੌਣ ਸੀ। ਤਾਂ ਇਸ ਵੇ ਨਾਲ ਆਪਾਂ ਕਿਸੇ ਪਰਸਨ ਦੇ ਰਿਗਾਰਡਿੰਗ ਗੱਲ ਕਰਨੀ ਹੋਵੇ, ਕਿਸੇ ਜਗ੍ਹਾ ਦੇ ਰਿਗਾਰਡਿੰਗ ਗੱਲ ਕਰਨੀ ਹੋਵੇ, ਕਿਸੇ ਡੈਜ਼ਿਗਨੇਸ਼ਨ ਦੇ ਰਿਗਾਰਡਿੰਗ ਗੱਲ ਕਰਨੀ ਹੋਵੇ, ਆਪਾਂ ਵਾਸ ਵਰ ਦਾ ਇਸਤੇਮਾਲ ਕਰਦੇ ਹਾਂ। ਕਲੀਅਰ ਹੈ ਉਦ ਤੱਕ? ओके ਹੁਣ ਆਪਾਂ ਕੁਝ ਇੱਕ ਹੋਰ ਚੀਜ਼ਾਂ ਬਾਤ ਕਰਦੇ ਹਾਂ। ਡੈਫੀਨਿਟਲੀ ਤੁਹਾਨੂੰ ਕਲੀਅਰ ਹੋਣਗੀਆਂ, ਪਤਾ ਹੋਣਗੀਆਂ ਉਹ ਚੀਜ਼ਾਂ, ਬਟ ਸਟਿਲ ਆਈ ਊਡ ਲਾਈਕ ਟੂ ਨੋ ਅਬਾਊਟ ਦ ਸੇਮ। ਹੁਣ ਜਿਸ ਤਰ੍ਹਾਂ ਆਪਾਂ ਪਹਿਲੇ ਹੀ ਬਾਤ ਕਰ ਚੁੱਕੇ ਹਾਂ ਕਿ ਬੀ ਦੀ ਫੈਮਿਲੀ ਜਿਹੜੀ ਵਰਡਸ ਹੈ ਬੀ, ਇਜ਼, ਐਮ, ਆਰ, ਵਾਸ, वर, बीन, बीइंग, ਚਾਹੇ ਪ੍ਰੈਜ਼ੈਂਟ ਵਿੱਚ ਆਵੇ, ਚਾਹੇ ਪਾਸਟ ਵਿੱਚ, ਚਾਹੇ ਫਿਊਚਰ ਵਿੱਚ, ਇਸ ਤੋਂ ਬਾਅਦ ਜਾਂ ਤਾਂ ਕੋਈ ਵਰਬ ਦੀ ਫਾਰਮ ਨਹੀਂ ਆਈ ਹੋਏਗੀ, ਅਗਰ ਆਏਗੀ ਤਾਂ ਵਰਬ ਦੀ ਫਰਸਟ ਫਾਰਮ ਪਲਸ ਆਈਐਨਜੀ ਆਏਗਾ ਜਾਂ ਵਰਬ ਦੀ ਥਰਡ ਫਾਰਮ ਆਏਗੀ। ਆਈਐਨਜੀ ਤੇ ਥਰਡ ਫਾਰਮ ਕਦੋਂ ਕਿਸ ਤਰ੍ਹਾਂ ਤੇ ਕਿਹੜੇ ਟੈਂਸ ਵਿੱਚ ਆਣੀ ਹੈ ਆਪਾਂ ਫਰਦਰ ਕਲਾਸ ਵਿੱਚ ਕਰਾਂਗੇ। ਓਕੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਕਿ ਵਾਸ ਕਦੋਂ ਆਏਗਾ ਤੇ ਵਰ ਕਦੋਂ ਆਏਗਾ। ਆਪਾਂ ਜਦੋਂ ਇਜ਼ ਐਮ ਆਰ ਦੀ ਕਲਾਸ ਵਿੱਚ ਕਰੀ ਸੀ ਉਸ ਦੇ ਵਿੱਚ ਆਪਾਂ ਕਲੀਅਰ ਕਰਿਆ ਸੀ ਇਜ਼ ਕਦੋਂ ਆਂਦਾ ਹੈ, ਐਮ ਕਦੋਂ ਆਂਦਾ ਹੈ, ਆਰ ਕਦੋਂ ਆਂਦਾ ਹੈ, ਯਾਨੀ ਕਿ ਕਿਸ ਸਬਜੈਕਟ ਨਾਲ ਆਂਦਾ ਹੈ। ਅਗਰ ਆਪਾਂ ਵਾਸ ਵਰ ਦੀ ਗੱਲ ਕਰੀਏ ਤਾਂ ਆਈ, ਹੀ, ਸ਼ੀ, ਇਟ, ਇਸ ਦੇ ਨਾਲ ਆਂਦਾ ਹੈ was, we, you, they, ਇਸ ਦੇ ਨਾਲ ਆਂਦਾ ਹੈ were। इस चीज का ध्यान रखना है, जो मतलब वाज दा है वही मतलब वर दा है, सिर्फ ते सिर्फ ਇਹ यूज करते ਆਪਾਂ अलग-अलग सब्जेक्ट्स ਨਾਲ। ਜਦੋਂ सब्जेक्ट्स ਇਹ ਰਹੋਗੇ ਸਿੰਗੂਲਰ ਰਹੋਗੇ ਤਾਂ ਆਪਾਂ ਵਾਸ ਦਾ ਇਸਤੇਮਾਲ ਕਰਦੇ ਹਾਂ, ਜਦੋਂ ਸਬਜੈਕਟਸ ਪਲੂਰਲ ਰਹਿੰਦੇ ਹਨ ਤਾਂ ਆਪਾਂ ਵਰ ਦਾ ਇਸਤੇਮਾਲ ਕਰਦੇ ਹਾਂ। ਤੇ ਅਗਰ ਆਪਾਂ ਸ਼ਾਰਟ ਫਾਰਮ ਦੀ ਗੱਲ ਕਰੀਏ, ਕਈ ਵਾਰ ਆਪਾਂ ਕਈ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਵਾਸ ਨੋਟ ਨੂੰ ਵਾਜ਼ਨਟ, वर नोट ਨੂੰ weren't ਦੇ ਰੂਪ ਵਿੱਚ ਯੂਜ਼ ਕਰਦੇ ਹਾਂ, ਤਾਂ ਉਹ ਵੀ ਆਪਾਂ ਇਸਤੇਮਾਲ ਕਰ ਸਕਦੇ ਹਾਂ। was not is equal to wasn't and were not is equal to were। ਤੇ ਇਸ ਵੇ ਨਾਲ ਵੀ ਤੁਸੀਂ ਸ਼ਾਰਟ ਫਾਰਮ ਦਾ ਐਬਰੀਵੀਏਸ਼ਨ ਦਾ ਇਸਤੇਮਾਲ ਕਰ ਸਕਦੇ ਹੋ। So you have to work on it. Have a nice day to all of you.